देखो राजे, अगर आप अंडर राइटिंग की गल करिए, देखो कंपनी को ना शेयर बेचण के दो तरीके होंगे। एक तो कंपनी खुद अपने शेयर बेच सकती है, एक थ्रू स्पैशल एजेंट। जो एक कंपनी कुछ स्पैशल एजेंट्स जो कि इस काम के स्पैशलिस्ट होंगे ने, उन्होंने थ्रू जो अपने शेयर्स बेचती है तो उन्होंने अंडर राइटिंग कहा जाता। समझ आ गया मेरी गल? ये बदले हुण देखो, मैं तुहाडी कंपनी हाँ, मैं तुहाडे बिहाफ ते शेयर बेचूँगा। अंडरस्टूड जी गल? आई विल इफ आई विल गैट सम मोनेटरी बेनीफिट ओनली आई विल दैन सैल द शेयर्स ऑफ योर कंपनी। तो ਉਹਦੇ ਲਈ ਮੈਨੂੰ ਕੀ ਦਿੱਤੀ ਜਾਂਦੀ ਆ? ਕਮਿਸ਼ਨ ਦਿੱਤੀ ਜਾਂਦੀ। ਸੋ ਅੰਡਰ ਰਾਈਟਿੰਗ ਇਜ਼ ਐਨ ਐਗਰੀਮੈਂਟ ਬਿਟਵੀਨ ਦ ਟੂ ਪਾਰਟੀ, ਜਿਹਦੇ ਵਿੱਚ ਇੱਕ ਕੰਪਨੀ ਤੇ ਅੰਡਰ ਰਾਈਟਰ ਦੇ ਵਿੱਚ ਅੰਡਰ ਰਾਈਟਰ ਹੁੰਦਾ ਵਾ ਤੇ ਇੱਕ ਕੰਪਨੀ ਹੁੰਦੀ ਆ। ਅੰਡਰ ਰਾਈਟਰ ਐਗਰੀਮੈਂਟ ਕਰਦਾ ਵਾ ਕਿ ਮੈਂ ਕੰਪਨੀ ਦੇ ਬਿਹਾਫ ਤੇ ਉਹਨਾਂ ਦੇ ਸ਼ੇਅਰ ਵੇਚੂੰਗਾ, ਉਹਦੇ ਬਦਲੇ ਕੰਪਨੀ ਮੈਨੂੰ ਕੀ ਦਊਗੀ? ਅੰਡਰ ਰਾਈਟਿੰਗ ਕਮਿਸ਼ਨ ਦਊਗੀ। ਐਜ਼ ਪਰ ਕੰਪਨੀ ਐਕਟ 2013 ਜਿਹੜਾ ਕਮਿਸ਼ਨ ਦਿੱਤਾ ਜਾਊਗਾ, ਅਗਰ ਆਪਾਂ ਡਿਬੈਂਚਰ ਉਹਨਾਂ ਦੇ ਥਰੂ ਬਕਵਾ ਰਹੇ ਹਾਂ ਤਾਂ 2.5%, ਅਗਰ ਆਪਾਂ ਉਹਨਾਂ ਦੇ ਥਰੂ ਸ਼ੇਅਰ ਸੇਲ ਕਰਵਾ ਰਹੇ ਹਾਂ ਤਾਂ 5% ਕਮਿਸ਼ਨ ਦਿੱਤੀ ਜਾਂਦੀ। ਪੁਆਇੰਟ ਕਲੀਅਰ ਹੋਇਆ ਮੇਰਾ? ਉਸ ਤੋਂ ਇਲਾਵਾ ਕਈ ਵਾਰੀ ਮਤਲਬ ਕਹਿੰਦਾ ਇਸ ਤੋਂ ਇਲਾਵਾ so the underwriting is in kind of a guarantee which is given by the underwriter to the company that shares and debenture will be subscribed in full। हाँ, ਇਹਦੇ 'ਚ ਇੱਕ ਹੋਰ ਐਗਰੀਮੈਂਟ ਹੁੰਦਾ ਵਾ ਅੰਡਰਰਾਈਟਰ ਵੱਲੋਂ ਕਿ ਕੋਈ ਵੀ ਸ਼ੇਅਰ ਕੰਪਨੀ ਦਾ ਅਨਸੋਲਡ ਨਹੀਂ ਰਹੂਗਾ। ਅਗਰ ਕੰਪਨੀ ਦਾ ਸ਼ੇਅਰ ਲੋਕਾਂ ਨੇ ਨਾ ਲਿਆ ਤਾਂ ਅਸੀਂ ਲਵਾਂਗੇ। ਸਪੋਜ਼ ਕਰੋ ਮੈਂ ਤੁਹਾਡੀ ਦੋਨਾਂ ਦੀ ਜ਼ਿੰਮੇਦਾਰੀ ਲਗਾਤੀ, ਤੁਸੀਂ ਏ ਹੋ ਤੁਸੀਂ ਬੀ ਹੋ। मैं क्या 25,000 मेरे कंपनी के शेयर तुसी बेचोगे, 25,000 तुसी बेचोगे, टोटल मेरी कंपनी के 50,000 शेयर ने। तुसी 15,000 ही बेच पाए, तुसी 20,000 बेच पाए। हुण जिहड़े बाकी दे 10 रह गए ए दे ते बाकी दे 5 रह गए बी दे, वो खुद खरीदणगे। ठीक है ना? क्योंकि तुसी मेरे नाल एक एग्रीमेंट किया वा कि तुसी मेरी कंपनी के पूरे शेयर बिकवाओगे, अगर ना बिकवाया होए तो तुसी खुद खरीदोगे। मेरा पॉइंट फॉलो किया? वट आई वॉन्ट टू से। सो ਇਹਦੇ ਵਿੱਚ ਕੀ ਹੁੰਦਾ? ਹਾਂ, ਲੇਕਿਨ ਹੁਣ ਤੁਸੀਂ ਮੇਰੀ ਕਮਿਟਮੈਂਟ ਪੂਰੀ ਕਰਤੀ ਆ, ਜਿਹੜੀ ਮੈਂ ਤੁਹਾਨੂੰ ਕਮਿਸ਼ਨ ਦਊਂਗਾ ਉਹ ਪੂਰੇ 25,000 ਤੇ ਦਊਂਗਾ, ਕਿਉਂਕਿ ਚਾਹੇ ਤੁਸੀਂ ਲੋਕਾਂ ਤੋਂ ਵਿਕਵਾਏ ਚਾਹੇ ਤੁਸੀਂ ਖੁਦ ਖਰੀਦ ਲਏ, ਮੇਰੀ ਤਾਂ ਟੈਨਸ਼ਨ ਖਤਮ ਹੋ ਗਈ ਨਾ। ਮੈਂ ਤਾਂ ਏ ਤੇ ਬੀ ਨੂੰ ਲਗਾਤਾ ਤੇ ਮੇਰੇ 50,000 ਦੇ ਸ਼ੇਅਰ ਵਿਕ ਗਏ, ਮੈਂ ਇਹ ਮੰਨਦਾ ਪਿਆ। ਮੇਰਾ ਪੁਆਇੰਟ ਫੋਲੋ ਕੀਤਾ ਤੁਸੀਂ? ਹੁਣ ਇਹਦੇ 'ਚੋਂ ਜਿਹੜਾ ਥਿਊਰੀ ਦਾ ਕੁਐਸਚਨ ਬਣਦਾ ਵਾ ਉਹ ਇਹੀ ਬਣਦਾ, ਵਾਟ ਡੂ ਯੂ ਮੀਨ ਬਾਈ ਅੰਡਰ ਰਾਈਟਿੰਗ? ਵਾਟ ਆਰ ਦ ਵੇਰੀਅਸ ਟਾਈਪਸ ਆਫ ਅੰਡਰ ਰਾਈਟਿੰਗ? ਇਹਦੇ ਵਿੱਚੋਂ ਪਹਿਲੀ ਆਉਂਦੀ ਹੈ ਜੀ ਕੰਪਲੀਟ ਅੰਡਰ ਰਾਈਟਿੰਗ। ਕਹਿੰਦਾ ਦਾ issue of shares and debenture of a company is underwritten, it is called complete entire issue। मतलब ਜਦੋਂ ਮੈਂ ਪੂਰੀ ਕੰਪਨੀ ਦੇ ਸ਼ੇਅਰ, ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਮੇਰੀ ਕੰਪਨੀ ਦੇ ਮੈਂ 50,000 ਸ਼ੇਅਰ ਇਸ਼ੂ ਕਰਨੇ, ਮੈਂ ਸਾਰੇ ਦੇ ਸਾਰੇ ਸ਼ੇਅਰਸ ਹੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਕਿ ਭਾਈ ਬੀਬਾ ਵੇਚ ਲਓ, ਬੱਚਿਓ ਵੇਚ ਲਓ, ਅੰਡਰਰਾਈਟਰਸ ਵੇਚ ਲਓ, ਤਾਂ ਇਹਨੂੰ ਕਹਿੰਦੇ ਨੇ ਕੰਪਲੀਟ ਅੰਡਰਰਾਈਟਿੰਗ। ਪਾਰਸ਼ਲ ਅੰਡਰਰਾਈਟਿੰਗ ਇਹ ਹੁੰਦਾ ਕਿ ਕੰਪਨੀ ਜਦੋਂ ਕੁਝ ਸ਼ੇਅਰਸ ਖੁਦ ਵੇਚਦੀ ਆ, ਪਰਸੈਂਟੇਜ ਪ੍ਰਪੋਰਸ਼ਨੇਟ, ਕੁਝ ਸ਼ੇਅਰਸ ਉਹ ਅੰਡਰਰਾਈਟਰਸ ਦੇ ਥਰੂ ਬਕਵਾਉਂਦੀ ਹੈ। ਸੋ ਦਿਸ ਇਜ਼ ਕਾਲਡ ਪਾਰਸ਼ਲ ਅੰਡਰਰਾਈਟਿੰਗ। Joint underwriting means writing agreement is done by the large public company. Under this company may enter into an agreement with more than one underwriter। ਇਹਨੂੰ ਕਹਿੰਦੇ ਨੇ joint। ਜਿੱਦਾਂ ਮੈਂ ਅਗਰ ਇੱਕ ਬੰਦਾ ਰੱਖ ਲਿਆ ਕਿ A ਨੂੰ ਰੱਖ ਲਿਆ ਕਿ A ਸਾਰੇ ਵੇਚੂਗਾ, that is single underwriting। ਜੁਆਇੰਟ ਅੰਡਰਰਾਈਟਿੰਗ ਮੀਨਸ ਜਦੋਂ ਮੈਂ 2-4 ਬੰਦੇ ਰੱਖ ਲਏ, ਮੋਰ ਦੈਨ 1, ਫਿਰ ਮੈਂ ਉਹਨਾਂ 'ਚ ਵੰਡ ਦਿੰਦਾ ਕਿ ਇੰਨੇ ਕੋਈ ਰੇਸ਼ੋ ਫਿਕਸ ਕਰ ਲੈਣਾ, ਉਹਨਾਂ 'ਚ ਵੰਡ ਦਿੰਦਾ। ਠੀਕ ਹੈ। ਸਬ ਅੰਡਰਰਾਈਟਿੰਗ ਕੀ ਹੁੰਦਾ ਵਾ? ਜਦੋਂ ਅੰਡਰਰਾਈਟਰ ਵਿਦ ਦਾ ਕੰਸੈਂਟ ਆਫ ਦਾ ਕੰਪਨੀ ਅੱਗੇ ਸਬ ਅੰਡਰਰਾਈਟਰ ਰੱਖ ਲੈਂਦਾ। ਜਿੱਦਾਂ ਕਿਰਾਏਦਾਰ ਅੱਗੇ ਕਿਰਾਏਦਾਰ ਰੱਖ ਲਵੇ। ਜਿੱਦਾਂ ਮੈਂ ਤੁਹਾਡੀ ਜ਼ਿੰਮੇਵਾਰੀ ਲਗਾਈ ਕਿ ਤੁਸੀਂ ਮੇਰੇ 15,000 ਸ਼ੇਅਰ ਵੇਚਣੇ ਆ, ਤੁਸੀਂ 5,000 ਸ਼ੇਅਰ ਵੇਚਣ ਵਾਸਤੇ ਅੱਗੇ ਇੱਕ ਹੋਰ ਬੰਦਾ ਰੱਖ ਲਿਆ, ਬਟ ਵਿਦ ਦਾ ਕੰਸੈਂਟ ਐਂਡ ਅਪਰੂਵਲ ਆਫ ਦਾ ਕੰਪਨੀ। ਐਵੇਂ ਮੈਂ ਚੋਰੋ ਚੱਕਿਆਂ ਨੂੰ ਨਹੀਂ ਰੱਖਣ ਦੇਣਾ। ਮੇਰੀ ਕੰਪਨੀ ਦੇ ਸ਼ੇਅਰ ਆ, ਮੇਰੀ ਕੰਪਨੀ ਦੀ ਪ੍ਰੈਸਟੀਜੀਅਸ ਵੈਲਿਊਜ਼ ਨੇ। ਸੋ ਸਬ ਅੰਡਰ ਰਾਈਟਿੰਗ ਤੁਸੀਂ ਕਰ ਸਕਦੇ ਹੋ, ਬਟ ਦੈਟ ਸ਼ੁੱਡ ਬੀ ਵਿਦ ਦਾ ਅਪਰੂਵਲ ਐਂਡ ਕੰਸੈਂਟ ਆਫ ਦਾ ਕੰਪਨੀ। ਉਸ ਤੋਂ ਬਾਅਦ ਆਉਂਦਾ ਵਾ ਜੀ syndicate underwriting। when a single underwriter does not handle all the shares issued by the company under the syndicate, so more firms gaining underwriter the issue of share, it is different from joint underwriting because under syndicate underwriting two types of agreement take place।
वन बिटवीन कंपनी एंड द अंडरराइटर एंड सैकेंड बिटवीन दैमसैल्फ। देखो राजे ये की होंगे सिंडीकेट अंडरराइटिंग तो जॉइंट अंडरराइटिंग ऑलमोस्ट सेम आ, सिर्फ फर्क ये है कि जॉइंट अंडरराइटिंग दे विच एक एग्रीमेंट होंदा कंपनी का बाकी सारिਆਂ ਦੇ ਨਾਲ। ਇਹਦੇ ਵਿੱਚ ਕੀ ਹੁੰਦਾ कंपनी का एक बंदे ਨਾਲ हो गया, ਉਹਨਾਂ ਦੇ आपस 'ਚ ਹੋਣਗੇ। समझ गए ना मेरी गल? जिद्दां आपां एक बंदे की जिम्मेवारी लाती, उन्होंने आपस 'ਚ काम वंड लिया, दिस इज कॉल्ड सिंडीकेट अंडरराइटिंग। जॉइंट अंडरराइटिंग 'ਚ ਆਪਾਂ बंदे ही आप लगाए ने डिफरेंट। समझ आ गया कि नहीं समझ आया? जॉइंट अंडरराइटिंग का मतलब समझ आ गया की है? जॉइंट अंडरराइटिंग कि मैं डिफरेंट बंदे रख ले, ਉਹਦੇ ਵਿੱਚ ਕੀ ਹੁੰਦਾ सिंडीकेट 'ਚ कि एक बंदा रखा, उन्होंने अगे काम डिवाइड कर लिया, ठीक है सिंडीकेट। उस तो बाद फॉर्म अंडरराइटिंग। फॉर्म अंडरराइटिंग ਦੇ ਵਿੱਚ ਕੀ ਹੁੰਦਾ ਵਾ कि if the underwriter agree to buy a definite number of share irrespective result of the public response, it is called the firm underwriting। ਇਹਨੂੰ ਮੈਂ ਅਗਰ ਸਿੰਪਲ ਭਾਸ਼ਾ 'ਚ ਕਹਾਂ ਕਿ ਫਰਮ ਅੰਡਰਰਾਈਟਿੰਗ ਕੀ ਹੁੰਦਾ ਵਾ ਕਿ ਜਿਹਦੇ ਵਿੱਚ ਤੁਸੀਂ ਕੁਝ ਐਡੀਸ਼ਨਲ ਜ਼ਿੰਮੇਵਾਰੀ ਲੈ ਲੈਂਦੇ ਕਿ ਜੋ ਤੁਹਾਡੀ ਪਹਿਲਾਂ ਫਿਕਸ ਕੀਤੀ ਆ ਉਹ ਤਾਂ ਕੀਤੀ ਆ, ਲੇਕਿਨ ਉਸ ਤੋਂ ਇਲਾਵਾ ਡਿਸਪਾਈਟ ਆਫ ਇਟ ਯੂ ਵਿਲ ਚਾਰਜ ਸਮ ਐਡੀਸ਼ਨਲ ਰਿਸਪੌਂਸਿਬਿਲਿਟੀ, ਦਿਸ ਇਜ਼ ਕਾਲਡ ਫਰਮ ਅੰਡਰਰਾਈਟਿੰਗ। ਐਗਜ਼ਾਮਪਲ ਇਹਦੀ ਦੇਖੋ, ਕਹਿੰਦਾ ਐਕਸ ਲਿਮਟਿਡ ਨੇ 10,000 ਸ਼ੇਅਰ ਇਸ਼ੂ ਕੀਤੇ ਸੀਗੇ, 80% ਸ਼ੇਅਰ ਅੰਡਰ ਰਿਟਨ ਬਾय द ਫਰਮ ਐਜ਼ ਡੈਫੀਨਾਈਟ ਕਮਿਟਮੈਂਟ ਟੇਕ ਅਪ, ਮਤਲਬ ਉਹ 'ਚ ਪੱਕੀ ਕਮਿਟਮੈਂਟ ਸੀਗੀ ਕਿ 8,000 ਸ਼ੇਅਰ ਤਾਂ ਤੁਸੀਂ ਵੇਚਣੇ ਹੀ ਵੇਚਣੇ ਆ। 10,000 ਦਾ 80% 8,000 ਹੀ ਹੋ ਗਿਆ। ਨਾਲ ਹੀ ਤੁਸੀਂ ਇਹ ਵੀ ਕਮਿਟਮੈਂਟ ਕਰ ਲਈ ਕਿ ਮੈਂ 5,000 ਹੋਰ ਵੇਚ ਦੂੰਗਾ, ਦਿਸ ਇਜ਼ ਕਾਲਡ ਫਰਮ ਅੰਡਰ। ਕਿ ਜਦੋਂ ਤੁਸੀਂ ਇੱਕ ਡੈਫੀਨੇਟ ਅਮਾਊਂਟ ਦੀ ਹੋਰ ਕਮਿਟਮੈਂਟ ਕਰ ਲੈਂਦੇ, ਐਡੀਸ਼ਨਲ ਕਮਿਟਮੈਂਟ ਕਰ ਲੈਂਦੇ। ਸੋ if the underwriter agreed to buy a definite number of share irrespective of the result of the public response, it is called firm underwriting। मतलब ਜਦੋਂ ਤੁਸੀਂ ਇਹ ਐਗਰੀਮੈਂਟ ਕਰ ਲੈਂਦੇ ਹੋ ਕਿ ਮੈਂ ਇੱਕ ਹੋਰ ਕੁਝ ਸ਼ੇਅਰਸ ਖਰੀਦ ਲੂੰਗਾ ਉਸ ਤੋਂ ਇਲਾਵਾ। ਸਮਝ ਆ ਗਈ ਮੇਰੀ ਗੱਲ ਕਿ ਨਹੀਂ? ਸੋ ਅੰਡਰਰਾਈਟਿੰਗ ਇਹ ਆ, ਇਹ ਅੰਡਰਰਾਈਟਿੰਗ ਦੀਆਂ ਟਾਈਪਸ ਨੇ। ਸਭ ਤੋਂ ਪਹਿਲੀ ਕਿਹੜੀ ਸੀਗੀ? ਕੰਪਲੀਟ, ਜਿਸ 'ਚ ਸਾਰੇ ਸ਼ੇਅਰ ਵੇਚਦੇ ਨੇ। ਦੂਜੀ ਸੀਗੀ ਪਾਰਸ਼ਲ, ਜਿਸ 'ਚ ਕੁਝ ਸ਼ੇਅਰ ਕੰਪਨੀ ਵੇਚਦੀ ਹੈ, ਕੁਝ ਜੁਆਇੰਟ ਜਿਹਦੇ 'ਚ ਇਕੱਠੇ ਵੇਚਦੇ ਨੇ। ਸਿੰਡੀਕੇਟ ਵੀ ਜਿਸ 'ਚ ਇੱਕ ਤੋਂ ਜ਼ਿਆਦਾ ਵੇਚਦੇ ਨੇ, ਲੇਕਿਨ ਕੰਟਰੈਕਟ ਇਹਦੇ 'ਚ 2 ਹੁੰਦੇ ਆ, ਇੱਕ ਕੰਪਨੀ ਦਾ ਉਹਦੇ ਨਾਲ ਅੰਡਰਰਾਈਟਰ ਦਾ, ਬਾਕੀ ਅੰਡਰਰਾਈਟਰਸ ਦੇ ਆਪਸ ਦੇ ਵਿੱਚ। ਅਤੇ ਇਹਦੇ ਵਿੱਚ ਕੀ ਹੁੰਦਾ ਵਾ ਕਿ ਜੁਆਇੰਟ ਦੇ ਵਿੱਚ ਕੀ